ਤੁਹਾਡਾ ਸਾਰਿਆਂ ਦਾ ਜਿੱਥੇ ਸਵਾਗਤ ਹੈ ਜੀ। ਮੇਰੇ ਨਾਲ ਮੇਰੇ ਲੈਫਟ ਤੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਬਰਿੰਦਰ ਢਿੱਲੋਂ ਜੀ, ਜਿਹੜੇ ਸਾਡੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ, ਔਰ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਪ੍ਰੈਜ਼ੀਡੈਂਟਸ ਜਿਹੜੇ ਨੇ ਉਹ ਕਾਂਗਰਸ ਭਵਨ 'ਚ ਮੀਟਿੰਗ ਲਈ ਆਏ ਨੇ ਇੱਥੇ। ਉਹਨਾਂ ਦਾ ਵੀ ਸਵਾਗਤ ਕਰਦਾ, ਮੀਡੀਆ ਦਾ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਦੇ ਲੀਡਰਸ਼ਿਪ ਦਾ, ਵਿਸ਼ੇਸ਼ ਤੌਰ ਤੇ ਕਾਂਗਰਸ ਪ੍ਰੈਜ਼ੀਡੈਂਟ ਆਨਰੇਬਲ ਸੋਨੀਆ ਗਾਂਧੀ ਜੀ ਦਾ ਸ਼ੁਕਰੀਆ ਅਦਾ ਕਰਦਾ, ਜਿਨ੍ਹਾਂ ਨੇ ਇਸ ਕਾਬਲ ਸਮਝਿਆ ਕਿ ਮੈਂ ਕਿਸਾਨਾਂ ਦਾ ਅਤੇ ਖੇਤ ਮਜ਼ਦੂਰਾਂ ਦਾ, ਜਿਹੜਾ ਕਿ ਅੱਜ ਦੇਸ਼ ਵਿੱਚ ਬਹੁਤ ਸਭ ਤੋਂ ਇੰਪੋਰਟੈਂਟ ਇਸ਼ੂ ਆ, ਦੇਸ਼ ਵਿਆਪਕ ਜੋ ਸੰਸਥਾ ਬਣਾਈ ਹੈ ਆਲ ਇੰਡੀਆ ਕਿਸਾਨ ਕਾਂਗਰਸ, ਉਸ ਦਾ ਮੈਨੂੰ ਉਹਨਾਂ ਨੇ ਚੇਅਰਮੈਨ ਨਿਯੁਕਤ ਕੀਤਾ ਵਾ। ਇਹ ਬਹੁਤ ਇੰਪੋਰਟੈਂਟ ਸਬਜੈਕਟ ਹੈ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਇਹ 60 ਤੋਂ ਲੈ ਕੇ 70% ਪੇਂਡੂ ਆ ਔਰ ਸਾਰਾ ਖੇਤੀ ਦੇ ਨਾਲ ਜੁੜਿਆ ਹੋਇਆ ਵਾ। ਲੇਕਿਨ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਕਿ ਐਗਰੀਕਲਚਰ ਇੰਡੀਆ ਦਾ ਕੋਰ ਸੈਕਟਰ ਸੀਗਾ ਉਸ ਨੂੰ ਇਗਨੋਰ ਕੀਤਾ, ਅਰਬਨਾਈਜੇਸ਼ਨ ਸ਼ਹਿਰਾਂ ਨੂੰ ਤਰਜੀਹ ਦਿੱਤੀ, ਜਿਸ ਕਰਕੇ ਸਾਰੇ ਦੇਸ਼ ਦੇ ਵਿੱਚ ਬਹੁਤ ਗੁਰਬਤ ਫੈਲੀ ਹੈ। ਔਰ ਗੁਰਬਤ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਕਿਸਾਨ ਸੀ ਜਾਂ ਖੇਤ ਮਜ਼ਦੂਰ ਆ, ਗਰੀਬ ਆਦਮੀ ਨੇ, ਕਿਰਤੀ ਨੇ, ਕਾਮੇ ਨੇ, ਉਹਨਾਂ 'ਤੇ ਕਰਜ਼ਾ ਚੜ੍ਹਨ ਲੱਗ ਗਿਆ ਕਿਉਂਕਿ ਉਹਨਾਂ ਦੀਆਂ ਫਸਲਾਂ ਦੇ, ਉਹਨਾਂ ਦੇ ਲੇਬਰ ਦੇ ਭਾਅ ਜਿਹੜੇ ਸੀਗੇ ਉਹ ਰਿਮੂਨਰੇਟਿਵ ਨਹੀਂ ਸੀਗੇ। ਉਹਨਾਂ ਨੇ ਕਦੀ ਵੀ ਜਿਹੜਾ ਪ੍ਰਾਈਸ ਇੰਡੈਕਸ ਹੈ, ਜਿਹੜਾ ਸੂਚਕ ਅੰਕ ਹੈ, ਉਸ ਦਾ ਕਦੀ ਵੀ ਉਹਦੇ ਨਾਲ ਮੇਲ ਨਹੀਂ ਰੱਖਿਆ। ਸਾਦੀ ਜੀ ਮੈਂ ਇੱਕ ਉਦਾਹਰਨ ਦੇ ਸਕਦਾ ਕਿ ਅੱਜ ਤੋਂ 50 ਸਾਲ ਪਹਿਲਾਂ ਜਿਹੜਾ ਸੋਨੇ ਦਾ ਰੇਟ ਸੀਗਾ ਤੋਲੇ ਦਾ, ਉਹ ਲਗਭਗ 2 ਜਾਂ 3 ਬੋਰੀਆਂ ਕਣਕ ਵੇਚ ਕੇ ਸੋਨਾ 1 ਤੋਲਾ ਖਰੀਦਾ ਜਾ ਸਕਦਾ ਸੀ ਆਪਣੇ ਦੇਸ਼ ਵਿੱਚ। ਤੋਂ 50 ਸਾਲ ਬਾਅਦ ਹੁਣ ਸੋਨੇ ਦਾ ਰੇਟ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੇਰੇ ਖਿਆਲ ਮੈਂ ਗਲਤ ਨਾ ਹੋਵਾਂ ਤਾਂ 50,000 ਤੋਂ ਵੀ ਉੱਤੇ ਹੋਵੇਗਾ ਤੋਲੇ ਦਾ। ਕਣਕ ਜਿਹੜੀ ਆ ਉਹ 2 ਬੋਰੀਆਂ ਦਾ ਰੇਟ ਤੁਸੀਂ ਲਾ ਲਓ ਕਿੱਥੇ ਰਹਿ ਗਿਆ ਵਾ, ਉਹ 4-5 ਹਜ਼ਾਰ ਰੁਪਏ ਤੇ ਰਹਿ ਗਿਆ ਸਿਰਫ। ਸੋ ਜਦੋਂ ਕੀਮਤਾਂ ਦਾ ਧਿਆਨ ਨਹੀਂ ਰੱਖਿਆ ਗਿਆ, ਇਨਫਲੇਸ਼ਨ ਦਾ ਧਿਆਨ ਨਹੀਂ ਰੱਖਿਆ ਗਿਆ, ਜਿਹੜੀਆਂ ਇਨਪੁੱਟ ਸੀਗੀਆਂ ਉਹ ਲਗਾਤਾਰ ਮਹਿੰਗੀਆਂ ਹੋਈਆਂ ਦੇਸ਼ ਵਿੱਚ, ਚਾਹੇ ਉਹ ਖਾਦਾਂ ਨੇ, ਚਾਹੇ ਉਹ ਲੇਬਰ ਰੇਟਸ ਨੇ, ਚਾਹੇ ਉਹ ਪੈਸਟੀਸਾਈਡ ਹੈ, ਬੀਜ ਨੇ। ਕਿਸਾਨ ਦੀ ਆਪਣੀ ਮਿਹਨਤ ਤਾਂ ਕਦੀ ਕਿਸੇ ਨੇ ਕੈਲਕੂਲੇਟ ਹੀ ਨਹੀਂ ਕੀਤੀ ਅੱਜ ਤੱਕ ਜ਼ਿੰਦਗੀ 'ਚ। ਉਹ ਸਾਰੀ ਜ਼ਿੰਦਗੀ ਲੇਬਰ ਕਰਦਾ ਮਰ ਜਾਂਦਾ, ਉਹਦੀ ਆਪਣੀ ਲੇਬਰ ਦਾ ਕੋਈ ਮੁੱਲ ਨਹੀਂ ਗਾ। ਅਤੇ ਉਹਦਾ ਨਤੀਜਾ ਇਹ ਹੋਇਆ ਕਿ ਵੱਡੇ ਪੱਧਰ 'ਤੇ ਕਿਸਾਨ ਅਤੇ ਖੇਤ ਮਜ਼ਦੂਰ ਜੋ ਸੀਗੇ ਉਹ ਕਰਜ਼ੇ ਦੀ ਮਾਰ ਹੇਠ ਆਏ। ਜੇ ਮੈਂ ਪੰਜਾਬ ਦੀ ਗੱਲ ਕਰਾਂ ਅਤੇ ਪੰਜਾਬ ਦਾ ਜਿਹੜਾ ਕਿਸਾਨ ਆ ਅਤੇ ਖੇਤ ਮਜ਼ਦੂਰ, ਇਹਦੇ 'ਤੇ ਅੱਜ 1 ਲੱਖ ਕਰੋੜ ਤੋਂ ਜ਼ਿਆਦਾ ਇੰਸਟੀਟਿਊਸ਼ਨਲ ਲੋਨ ਹੈ, ਸਿਰਫ ਬੈਂਕਾਂ ਦਾ, ਆੜਤੀਆਂ ਦਾ ਅਲੱਗਾ ਹੈ। ਔਰ ਬਹੁਤ ਸਾਰੀਆਂ ਸਟੱਡੀਜ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ, ਬਹੁਤ ਸਾਰੀਆਂ ਹੋਰ ਯੂਨੀਵਰਸਿਟੀਆਂ ਵੱਲੋਂ, ਜਿਹੜੇ ਰਿਸਰਚ ਸਕਾਲਰ ਸੀ, ਐਗਰੀਕਲਚਰ ਐਮੀਨੈਂਟ ਸਾਇੰਟਿਸਟ ਸੀਗੇ, ਉਹਨਾਂ ਨੇ ਸਮੇਂ ਤੇ ਬਹੁਤ ਇਹਦੇ 'ਤੇ ਘੋਖ ਕੀਤੀ ਅਤੇ ਪਤਾ ਲੱਗਿਆ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ। ਇੱਕ ਸੈਂਪਲ ਸਟੱਡੀ ਬਹੁਤ ਅੱਛੇ ਸਾਡੇ ਹੋਣਹਾਰ ਇੱਕ ਵਿਧਾਇਕ ਹੋਏ ਨੇ, ਇੰਦਰਜੀਤ ਸਿੰਘ ਜੇਜੀ। ਉਹਨਾਂ ਨੇ ਇੱਕ ਵਾਰ 1985 'ਚ ਲਹਿਰਾ ਹਲਕਾ ਰਿਪਰੈਜ਼ੈਂਟ ਕੀਤਾ ਸੀਗਾ ਅਕਾਲੀ ਦਲ ਵੱਲੋਂ। ਉਹਨਾਂ ਦੇ ਕੋਲ ਬਹੁਤ ਪੁਖਤਾ ਡਾਟਾ ਹੈ, ਆਉਣ ਵਾਲੇ ਸਮੇਂ 'ਚ ਮੈਂ ਤੁਹਾਡੇ ਨਾਲ ਡਾਟਾ ਸ਼ੇਅਰ ਕਰੂੰਗਾ। ਉਹਨਾਂ ਨੇ ਇੱਕ ਬਲਾਕ ਚੁਣਿਆ, ਇੱਕ ਸਬ ਡਿਵੀਜ਼ਨ ਚੁਣੀ ਮੂਨਕ, 146 ਪਿੰਡਾਂ ਦੇ ਵਿੱਚ ਹੈਰਾਨਜਨਕ ਆਤਮ ਹੱਤਿਆ ਹੋਈਆਂ। ਹੈਰਾਨਜਨਕ, ਉਹਦਾ ਇੱਕ ਐਗਜ਼ੈਕਟ ਫਿਗਰਸ ਮੇਰੇ ਕੋਲ ਇਸ ਵੇਲੇ ਨਹੀਂ ਹੈ, ਇਹ ਹੈਰਾਨਜਨਕ ਹੀ ਕਰਜ਼ਾ ਹੋਇਆ। ਉਹ ਸੈਂਪਲ ਸਟੱਡੀ ਹੈ ਪੰਜਾਬ ਦੀ। ਔਰ ਉਹਦਾ ਅਸਰ ਇਹ ਹੋਇਆ ਕਿ ਜਿਹੜਾ ਮਾਲਵੇ ਦੀ ਧਰਤੀ ਆ, ਇਹਦੇ 'ਚ ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ ਸਭ ਤੋਂ ਵਰਸਟ ਇਫੈਕਟਡ ਏਰੀਆਜ਼ ਇਹ ਨੇ। ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਆਤਮ ਹੱਤਿਆਵਾਂ ਹੁਣ ਵੀ ਚੱਲ ਰਹੀਆਂ ਨੇ। ਅੱਜ ਆਪਾਂ ਗੱਲ ਕਰ ਰਹੇ ਹਾਂ, ਅੱਜ ਵੀ ਅਨਫੋਰਚੂਨੇਟ ਇਨਸੀਡੈਂਟਸ ਸਾਰੇ ਪੰਜਾਬ 'ਚੋਂ ਰਿਪੋਰਟ ਹੋ ਰਹੇ। ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ, ਥੋੜ੍ਹਾ ਚੁੱਪ ਦਾ ਦਾਨ ਬਖਸ਼ੋਗੇ ਜਿਹੜੇ ਪਿੱਛੇ ਗੱਲ ਕਰ ਰਹੇ ਨੇ ਪਲੀਜ਼, ਮੇਰਾ ਫੋਕਸ ਆਊਟ ਹੁੰਦਾ, ਉਹਨਾਂ ਨੂੰ ਕਹੋ ਪਲੀਜ਼ ਜੀ ਜ਼ਰਾ। ਜਿਹੜਾ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ, ਮੈਂ ਦਿੱਲੀ ਗਿਆ ਇੱਕ ਵਾਰ, ਉੱਥੇ ਜੰਤਰ ਮੰਤਰ ਦੇ ਉੱਤੇ ਤਾਮਿਲਨਾਡੂ ਦੇ ਕਿਸਾਨ ਬੈਠੇ ਸੀ, ਅਤ ਗਰੀਬ। ਅਤੇ ਮੈਨੂੰ ਜਦੋਂ ਪਤਾ ਲੱਗਿਆ, ਮੈਂ ਜੰਤਰ ਮੰਤਰ 'ਤੇ ਉਹਨਾਂ ਨੂੰ ਮਿਲਣ ਗਿਆ। ਬਹੁਤ ਸਰੀਰਕ ਤੌਰ 'ਤੇ ਵੀ ਕਮਜ਼ੋਰ ਸੀਗੇ, ਔਰਤਾਂ ਵੀ ਸੀਗੀਆਂ, ਬੱਚੇ ਵੀ ਸੀਗੇ। ਉਹ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਦੀਆਂ ਖੋਪੜੀਆਂ ਲੈ ਕੇ ਬੈਠੇ ਸੀਗੇ ਸਾਹਮਣੇ, ਉਹਨਾਂ ਦੀਆਂ ਸਕਲਜ਼ ਰੱਖ ਕੇ ਬੈਠੇ ਸੀਗੇ। ਅਤੇ ਬੈਠਿਆਂ ਨੂੰ ਵੀ ਮੇਰੇ ਖਿਆਲ 100 ਦਿਨ ਤੋਂ ਉੱਤੇ ਹੋ ਗਿਆ ਸੀਗਾ। ਅਤੇ ਜੰਤਰ ਮੰਤਰ ਤੋਂ ਪ੍ਰਾਈਮ ਮਿਨਿਸਟਰ ਦਾ ਆਫਿਸ ਅਤੇ ਜਿਹੜਾ ਪਾਵਰ ਸੈਂਟਰ ਹੈ ਦਿੱਲੀ ਦਾ, ਉਹ 2-3 ਕਿਲੋਮੀਟਰ 'ਤੇ ਹੀ ਆ। ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਕੋਈ ਮਿਲਣ ਆਇਆ ਅੱਜ ਤੱਕ ਕੋਈ? ਕਹਿੰਦੇ ਸਾਨੂੰ ਕੋਈ ਹਾਲ ਵੀ ਪੁੱਛਣ ਨਹੀਂ ਆਇਆ, ਪਾਣੀ ਵੀ ਪੁੱਛਣ ਨਹੀਂ ਆਇਆ। ਐਡਾ ਬੇਦਰਦ ਸਾਡਾ ਸਿਸਟਮ ਹੈ।
ਕਿ ਉਹਨਾਂ ਨੂੰ ਰੋਜ਼ ਲੰਘਦੇ ਉੱਥੋਂ ਗੱਡੀਆਂ ਦੇ ਹੂਟਰ ਮਾਰ ਕੇ ਮੰਤਰੀ ਤੇ ਜਿਹੜੇ ਰਾਜ ਕਰਨ ਵਾਲੇ ਅਫਸਰ ਖਾਸ ਤੌਰ ਤੇ they did not have the time to even just go and ask them, are you feeling all right? Do you want some water? Do you want some food? No. ਔਰ ਉਹਨਾਂ ਨੇ ਦੱਸਿਆ ਮੈਨੂੰ ਕਿ ਸਾਡੇ ਕੁਝ ਜ਼ਿਲ੍ਹਿਆਂ ਵਿੱਚ ਸੋਕਾ ਪਿਆ ਤਾਮਿਲਨਾਡੂ 'ਚ, ਜਿਹਦੇ ਕਰਕੇ ਸਾਡੇ ਜਿਹੜੇ ਸੀਗੇ ਕਰਜ਼ੇ ਦੀ ਮਾਰ ਆਣ ਕੇ ਸਾਡੇ ਪਰਿਵਾਰਾਂ ਦੇ ਮੈਂਬਰਸ ਨੇ ਆ ਪਏ ਨੇ ਸਾਹਮਣੇ ਰੱਖੀਆਂ ਹੋਈਆਂ ਖੋਪੜੀਆਂ, ਇਹਨਾਂ ਨੇ ਆਤਮ ਹੱਤਿਆ ਕੀਤੀ। ਇਹਦੇ ਨਾਲੋਂ ਜ਼ਿਆਦਾ ਦਰਦਨਾਕ, ਇਹਦੇ ਨਾਲੋਂ ਜ਼ਿਆਦਾ ਸ਼ਰਮਨਾਕ ਦੇਸ਼ ਵਾਸਤੇ ਗੱਲ ਨਹੀਂ ਸੀ। ਸੋ ਇਸ ਕਰਕੇ ਇਹ ਸਬਜੈਕਟ ਸਟੈਂਡਸ ਇਗਨੋਰਡ। ਕਿਸੇ ਵੇਲੇ ਇੱਕ ਕਹਾਵਤ ਸੀਗੀ, ਉੱਤਮ ਖੇਤੀ ਮੱਧ ਵਪਾਰ ਨਿਖਿੱਧ ਨੌਕਰੀ। ਉਹ ਐਸਾ ਸਮੇਂ ਨੇ ਟਰਨ ਅਰਾਊਂਡ ਕੀਤਾ, ਹੁਣ ਨੌਕਰੀ ਤੇ ਵਪਾਰ ਨੰਬਰ 1 ਤੇ ਆ ਗਿਆ ਤੇ ਖੇਤੀ ਤਾਂ ਲੱਭਦੀ ਨਹੀਂ ਕਿਤੇ ਵੀ ਹੈਗੀ। ਸੋ ਨਾਟ ਦੈਟ ਕਿ ਮੈਂ ਇਕੱਲੇ ਨੇ ਜਾਂ ਅਸੀਂ ਕੁਛ ਇੱਦਾਂ ਦਾ ਕੋਈ ਬਹੁਤ ਕ੍ਰਾਂਤੀ ਲਿਆ ਦੇਣੀ ਆ, ਪਰ ਘੱਟੋ ਘੱਟ ਹਾਈਲਾਈਟ ਲਿਆਉਣਾ ਦੇਸ਼ ਦੇ ਸੈਂਟਰ ਸਟੇਜ ਤੇ ਖੇਤੀ ਨੂੰ ਅਤੇ ਖੇਤੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਸੈਂਟਰ ਸਟੇਜ ਤੇ ਲੈ ਕੇ ਆਉਣਾ ਮੇਰੀ ਪ੍ਰਾਥਮਿਕਤਾ ਹੋਵੇਗੀ, ਮੇਰੀ ਪ੍ਰਾਇੋਰਿਟੀ ਹੋਵੇਗੀ। ਮੈਂ ਜਿੱਦਾਂ ਸ਼ੁਰੂ 'ਚ ਕਿਹਾ ਸੀ, ਮੈਂ ਰਾਹੁਲ ਗਾਂਧੀ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ, ਉਹ ਆਊਟ ਆਫ ਕੰਟਰੀ ਸੀਗੇ ਬਟ ਹੀ ਹੈਡ ਗਿਵਨ ਹਿਜ਼ ਪਰਮਿਸ਼ਨ। ਲਾਈਕਵਾਈਜ਼ ਵੈਨਿਊ ਗੋਪਾਲ ਜਿਹੜੇ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਦੇ ਇੰਚਾਰਜ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ। ਸਾਡੇ ਪੰਜਾਬ ਦੀ ਲੀਡਰਸ਼ਿਪ, ਰਾਜਾ ਵੜਿੰਗ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਪੰਜਾਬ ਪ੍ਰਦੇਸ਼ ਕਾਂਗਰਸ, ਉਹਨਾਂ ਦਾ, ਔਰ ਪ੍ਰਤਾਪ ਬਾਜਵਾ ਮੇਰੇ ਕੁਲੀਗ ਨੇ, ਲੀਡਰ ਆਫ ਆਪੋਜੀਸ਼ਨ ਨੇ, ਉਹਨਾਂ ਦਾ ਵੀ, ਸਮੂਹ ਆਪਣੇ ਪੰਜਾਬ ਦੇ ਕਾਂਗਰਸ ਦੇ ਕੇਡਰ ਤੇ ਦੇਸ਼ ਦੇ ਵਰਕਰਸ ਦਾ, ਜਿਨ੍ਹਾਂ ਦੀ ਬਦੌਲਤ ਕਿਤੇ ਪਹੁੰਚੀ ਆਵਾਜ਼ ਕਿ ਇੱਕ ਆਦਮੀ ਇਹ ਵੀ ਹੈਗਾ ਕੰਮ ਕਰਨ ਵਾਲਾ। ਮੈਂ ਮੰਗਿਆ ਨਹੀਂ ਸੀ ਕੁਛ ਵੀ, ਨਾ ਮੈਂ ਕਦੀ ਕਹਿਣ ਗਿਆ ਵਾਂ, ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ, ਈਸ਼ਵਰ ਪਰਮਾਤਮਾ ਦੇ ਕਿਰਪਾ ਨਾਲ ਮੈਨੂੰ ਉਹਨਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ। ਬਹੁਤ ਅਹਿਮ ਜ਼ਿੰਮੇਵਾਰੀ ਆ, ਔਰ ਮੈਂ ਆਉਣ ਵਾਲੇ ਦਿਨਾਂ 'ਚ ਜਿਹੜੇ ਇਸ਼ੂਜ਼ ਆਪਣੇ ਖੇਤੀ ਨਾਲ ਕਨੈਕਟਡ ਹੋਣਗੇ ਉਹ ਤੁਹਾਡੇ ਨਾਲ ਸਾਂਝੀ ਕਰੂੰਗਾ। ਸਵਾਮੀਨਾਥਨ ਕਮੇਟੀ ਰਿਪੋਰਟ, ਤੁਹਾਨੂੰ ਪਤਾ ਵਾ ਕਿ ਕਾਫੀ ਸਾਲਾਂ ਤੋਂ ਦਿੱਲੀ ਦੇ ਕਿਸੇ ਦਫ਼ਤਰਾਂ ਵਿੱਚ ਧੂੜ ਚੱਟ ਰਹੀ ਆ। ਸਾਰੀਆਂ ਪਾਰਟੀਆਂ ਨੇ ਇਸ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ, ਔਰ ਇਹ ਕਿਹਾ ਸੀਗਾ ਸਵਾਮੀਨਾਥਨ ਕਮੇਟੀ ਦਾ ਰਿਪੋਰਟ ਦਾ ਜਿਹੜਾ ਜਸਟ ਹੈ ਦਾ ਨਿਚੋੜ ਬੇਸਿਕਲੀ ਇਹ ਹੈਗਾ ਲੇਮੈਨਸ ਲੈਂਗੁਏਜ, ਕਿ ਅਸੀਂ ਖੇਤੀ ਨੂੰ ਇੱਕ ਮੁਨਾਫੇ ਦਾ ਧੰਦਾ ਬਣਾਵਾਂਗੇ। ਜਿੰਨੀ ਵੀ ਆਮਦਨ, ਜਿੰਨੀ ਵੀ ਇਨਪੁਟ ਹੋਇਆ ਕਦੇ ਉਹਦੇ ਓਵਰ ਐਂਡ ਅਬਵ MSP ਜਿਹੜੀ ਆ ਉਹ 50% ਓਵਰ ਐਂਡ ਅਬਵ ਜਿਹੜੀ ਫਿਕਸ ਕੀਤੀ ਜਾਊਗੀ। ਅਗਰ ਉਹ ਸਵਾਮੀਨਾਥਨ ਫਾਰਮੂਲੇ ਦੇ ਨਾਲ ਫਿਕਸ ਕੀਤੀ ਜਾਵੇ ਤਾਂ ਅੱਜ ਜਿਹੜਾ ਕਣਕ ਦਾ ਭਾਅ ਹੈਗਾ ਵਾ ਉਹ 4000 ਰੁਪਏ ਪ੍ਰਤੀ ਕੁਇੰਟਲ ਤੋਂ ਉੱਤੇ ਚਾਹੀਦਾ ਵਾ, ਪਰ ਹੈ ਨਹੀਂਗਾ ਕਿਉਂਕਿ ਕਿਸੇ ਨੇ ਕੀਤਾ ਨਹੀਂਗਾ। ਸਿਰਫ ਇਲੈਕਸ਼ਨ ਵੇਲੇ ਗੱਲਾਂ ਕਹੀਆਂ ਜਾਂਦੀਆਂ ਨੇ, ਉਪਰੰਤ ਉਹਨਾਂ ਤੋਂ ਬਾਅਦ ਕੁਝ ਨਹੀਂ ਕਿਹਾ। ਪੰਜਾਬ ਵਿੱਚ ਵੀ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ, ਭਗਵੰਤ ਮਾਨ ਦੀ ਗਵਰਨਮੈਂਟ ਨੂੰ, ਕਿ ਤੁਹਾਡਾ ਜ਼ਿਲ੍ਹਾ ਸਭ ਤੋਂ ਜ਼ਿਆਦਾ ਇਫੈਕਟਡ ਹੈ। ਤੁਸੀਂ ਜਵਾਨਾਂ ਲਈ 1-1 ਕਰੋੜ ਰੁਪਇਆ ਰੱਖਿਆ ਵਾ ਕਿ ਜਿਹੜਾ ਕੋਈ ਮਰ ਜਾਂਦਾ ਵਾ। ਸਾਡਾ ਅਸੀਂ ਸਤਿਕਾਰ ਕਰਦੇ ਹਾਂ ਜਿਹੜੇ ਬਾਰਡਰਾਂ ਤੇ ਰਾਖੀ ਕਰਦੇ ਨੇ, ਉਹ ਸਾਡੇ ਭੈਣ ਭਰਾ ਨੇ, ਪਰ ਯਾਦ ਰੱਖਿਓ ਕਿ ਉਹ ਬੱਚੇ ਕਿਹਨਾਂ ਦੇ ਨੇ, ਉਹ ਇਹਨਾਂ ਦੇ ਬੱਚੇ ਆ ਜਿਹੜੇ ਆਤਮ ਹੱਤਿਆ ਕਰ ਰਹੇ ਨੇ। ਉਹਨਾਂ ਵਾਸਤੇ ਜੇ 1 ਕਰੋੜ ਰੱਖਦੇ ਤੇ ਘੱਟੋ ਘੱਟ ਕਿਸਾਨ ਦੀ ਆਤਮ ਹੱਤਿਆ, ਪੀੜਤ ਪਰਿਵਾਰ ਨੂੰ, ਮੈਂ ਨਹੀਂ ਕਹਿੰਦਾ ਕਿ ਆਤਮ ਹੱਤਿਆ ਨੂੰ ਪ੍ਰਮੋਟ ਕਰੋ, ਬਟ ਫॉर देयर ਲਾਈਵਲੀਹੁੱਡ, ਫॉर देयर ਸਿਕਿਉਰ ਫਿਊਚਰ, ਉਹਨਾਂ ਵਾਸਤੇ ਵੀ ਕੋਈ ਇੱਕ ਕੁਆਂਟਮ ਫਿਕਸ ਕੀਤਾ ਜਾਣਾ ਚਾਹੀਦਾ। ਘੱਟੋ ਘੱਟ 25 ਲੱਖ ਰੁਪਇਆ ਇੱਦਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ, ਆਪਣਾ ਕਰਜ਼ਾ ਜਿਹੜਾ ਹੈ ਲਾ ਸਕਣ। ਇਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸ਼ੂਜ਼ ਉਠਾਉਣੇ ਆ। ਮੱਤੇਵਾੜੇ ਦਾ ਤੁਸੀਂ ਇਸ਼ੂ ਦੇਖਿਆ, ਬਹੁਤ ਕੀਮਤੀ ਇਸ਼ੂ ਆ ਸਾਡੇ ਪੰਜਾਬ ਦਾ, ਔਰ ਮੈਂ ਪੰਜਾਬ ਦੇ ਆਵਾਮ ਦਾ, ਬਹਾਦਰ ਲੋਕਾਂ ਦਾ, ਜਿਹੜੇ ਅਖਲਾਕੀ ਲੋਕ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਹੁਣ ਪੰਜਾਬ ਦੇ ਵਿੱਚ ਅਗਰ ਇਹ ਕੋਈ ਸਮਝੇਗਾ ਕਿ ਅਸੀਂ ਗਲਤ ਫੈਸਲੇ ਲਾਗੂ ਕਰ ਦਾਂਗੇ, ਉਹ ਹੋਣੇ ਨਹੀਂ ਗੇ। ਹੁਣ ਕਿਸਾਨੀ ਸੰਘਰਸ਼ ਤੋਂ ਬਾਅਦ ਇੱਕ ਨਵੀਂ ਸਪਿਰਿਟ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫੂਕੀ ਆ ਕਿ ਪੰਜਾਬ ਦੇ ਹਰ ਬਸ਼ਰ ਜਿਹੜਾ ਹੈ ਉਹ ਆਪਣੇ ਹਕੂਕ ਨੂੰ ਸਮਝਦਾ ਤੇ ਸੂਬੇ ਪੰਜਾਬ ਤੇ ਪੰਜਾਬ ਦੀ ਗੱਲ ਨੂੰ ਸਮਝਦਾ। ਪੰਜਾਬ 'ਚ ਪਾਣੀਆਂ ਦਾ ਬੜਾ ਵੱਡਾ ਮਸਲਾ ਵਾ। ਸਾਡਾ ਪਾਣੀ continuously is going to other states at the cost of our land। ਅਸੀਂ ਉਸ ਨੂੰ ਨਹਿਰੀ ਪਾਣੀ ਗਵਾਤਾ ਤੇ ਅਸੀਂ 12-13 ਲੱਖ ਮੋਟਰ ਕੱਢ ਕੇ ਬੈਠੇ ਹੋਏ ਆ ਟਿਊਬਵੈੱਲ, ਜਿਹੜਾ ਕਿ ਸਾਡੀ ਜ਼ਮੀਨ ਦੇ ਥੱਲੇ ਸਤ੍ਹਾ 'ਚ ਗਰਾਊਂਡ ਵਾਟਰ ਨੂੰ ਡਿਸਟਰੋਏ ਕਰ। ਸੋ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਇਸ਼ੂਜ਼ ਨੇ, ਪੈਨ ਇੰਡੀਆ ਨੇ। ਤੇਲੰਗਾਨਾ 'ਚ ਵੀ ਇਹੀ ਮਸਲਾ ਵਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਦੇ ਵਿੱਚ ਬਹੁਤ ਸੁਸਾਈਡਸ ਨੇ, ਤਾਮਿਲਨਾਡੂ ਦਾ ਮੈਂ ਜ਼ਿਕਰ ਕਰ ਚੁੱਕਾ ਵਾਂ। ਸੋ ਇਸ ਨੂੰ ਅਸੀਂ ਸਾਰਾ ਕੋਸ਼ਿਸ਼ ਕਰਾਂਗੇ ਕਿ ਮੈਂ ਐਟਲੀਸਟ ਇਹ ਜਿਹੜਾ ਇਸ਼ੂ ਆ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ, ਗਰੀਬਾਂ ਦਾ, ਇਹਨੂੰ ਸੈਂਟਰ ਸਟੇਜ ਤੇ ਲੈ ਕੇ, ਸ਼ਹਿਰਾਂ ਵਿੱਚ ਮਾਲਸ ਬਣਾ ਕੇ ਤੇ ਵੱਡੇ ਵੱਡੇ ਬਿਲਡਿੰਗਾਂ ਖੜੀਆਂ ਕਰਕੇ ਤੁਸੀਂ ਕਿਸੇ ਦੇਸ਼ ਦੀ ਤਰੱਕੀ ਦਾ ਸੁਨੇਹਾ ਨਹੀਂ ਦੇ ਸਕਦੇ।
ਦੇਸ਼ ਦੀ ਤਰੱਕੀ ਦਾ ਸੁਣਿਆ ਉਦੋਂ ਹੀ ਜਾਊਗਾ ਜਦੋਂ ਪਿੰਡਾਂ 'ਚ ਲੋਕ ਖੁਸ਼ਹਾਲ ਹੋਣਗੇ, ਪਿੰਡਾਂ ਦੇ ਵਿੱਚ ਲੋਕਾਂ ਦੀ ਆਮਦਨ ਦੇ ਸਾਧਨ ਵਧਣਗੇ ਤੇ ਉਹ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਕਿਸੇ ਅੱਛੇ ਮੁਕਾਮ ਤੇ ਪੜ੍ਹਾ ਸਕਣਗੇ, ਉਹਨਾਂ ਦਾ ਇਲਾਜ ਕਰਾ ਸਕਣਗੇ ਆਪਣੇ ਬਜ਼ੁਰਗਾਂ ਦਾ। ਉਦੋਂ ਮੈਂ ਸਮਝੂੰਗਾ ਕਿ ਦੇਸ਼ ਜਿਹੜਾ ਸਾਡਾ ਉਹ ਬਹੁਤ ਤਰੱਕੀ ਤੇ ਆ। ਪਿਛਲੇ ਕੁਝ ਸਾਲਾਂ 'ਚ ਜਿਹੜੇ ਤੁਸੀਂ ਇੰਡੈਕਸ ਦੇਖੋਗੇ ਗਲੋਬਲ, ਵੈਦਰ ਇਟ ਇਜ਼ ਹੰਗਰ, I think we are amongst the lowest 10-15 countries. If you see human rights track record, we are the lowest among the world, maybe in the last 10-15 countries. Likewise unemployment, likewise corruption, बहुत थल्ले ਆਪਾਂ। तो ਕਹਿਣ ਨੂੰ ਗੱਲਾਂ जो मर्जी प्रचार किया जाए ਟੈਲੀਵਿਜ਼ਨ ਦੇ थ्रू, लेकिन असलीयत ਜਿਹੜੀ ਆ ਉਹ बहुत ज़्यादा दर्दनाक है। It's very pitiable plight that the country is passing through. सो ये सारे इशूज़ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਲਿਜਾ ਕੇ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਇੱਕ ਵਾਰ ਫਿਰ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ। ਅਗਰ ਕਿਸੇ ਨੇ ਕੁਝ ਸਵਾਲ ਪੁੱਛਣੇ ਨੇ ਐਟਲੀਸਟ ਐਗਰੀਕਲਚਰ ਨਾਲ ਰਿਲੇਟਡ ਤਾਂ ਮੈਂ ਤੁਹਾਡਾ ਧੰਨਵਾਦ। ਮੈਂ ਜਦੋਂ ਸਮੇਂ ਦੀਆਂ ਸਰਕਾਰਾਂ ਗਈਆਂ ਉਦੋਂ ਸਾਰੀਆਂ ਸਰਕਾਰਾਂ ਗਈਆਂ, ਕਿਸੇ ਨੂੰ ਸਪੇਅਰ ਨਹੀਂ ਕੀਤਾ ਮੈਂ, ਕਿਉਂਕਿ ਸਿਸਟਮ ਐਂਟੀ ਫਾਰਮਰ ਰਿਹਾ ਵਾ। ਐਸਟੈਬਲਿਸ਼ਮੈਂਟ ਆਫ ਦਿਸ ਕੰਟਰੀ ਹੈਜ਼ ਬਾਈ ਐਂਡ ਲਾਰਜ ਬੀਨ ਐਂਟੀ ਫਾਰਮਰ। ਇਸ ਕਰਕੇ ਮੈਂ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿ ਰਿਹਾ, ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ, ਮੈਂ ਕਹਿੰਦਾ ਸਿਸਟਮ ਨੇ ਕਿਸਾਨਾਂ ਨੂੰ ਫੇਅਰ ਪ੍ਰਾਈਸਿਸ ਨਹੀਂ ਦਿੱਤੀਆਂ। ਇਹਨਾਂ ਨੇ ਮੁਆਵਜ਼ਾ ਦੇ ਦਿੱਤਾ ਵਾ, ਇਟ ਹੈਜ਼ ਨਾਟ ਬੀਨ ਪੇਡ। ਐਵੇਂ ਕਰਦੇ ਨੇ ਜੀ, ਗੱਲਾਂ ਕਹਿਣ ਨੂੰ ਹੁੰਦੀਆਂ ਬਹੁਤ। ਮੈਂ ਇੱਕ ਵਾਰ ਦਿੱਲੀ ਦਾ ਮੇਰਾ ਥੋੜ੍ਹਾ ਜਿਹਾ ਉੱਥੇ ਹੈਗਾ ਏਜੰਡਾ, ਉਸ ਤੋਂ ਬਾਅਦ ਮੈਂ ਮਾਲਵੇ ਦੀ ਜਿਹੜੀ ਗੁਲਾਬੀ ਸੁੰਡੀ ਨਾਲ ਇਫੈਕਟਡ ਹੈਗੇ ਏਰੀਆ ਉੱਥੇ ਵੀ ਜਾਊਂਗਾ, ਔਰ ਰਾਜਪੁਰੇ ਦੇ ਨੇੜੇ 1000 ਏਕੜ ਜ਼ਮੀਨ 1994 ਚ ਐਕਵਾਇਰ ਹੋਈ ਸੀ, ਪਿੰਡ ਦਾ ਨਾਮ ਮੈਂ ਨਹੀਂ ਭੁੱਲ ਰਿਹਾ ਵਾਂ, ਰਾਜਪੁਰਾ ਹੀ ਕਹਿ ਲਓ। ਉਹਦੇ 'ਚੋਂ ਸਿਰਫ 100 ਏਕੜ ਯੂਜ਼ ਕੀਤੀ ਉਸ ਵਕਤ ਦੇ ਇੰਡਸਟਰੀਅਲ ਹਾਊਸ ਨੇ, ਸਿਰਫ 100 ਏਕੜ। ਬਾਕੀ 900 ਏਕੜ ਜ਼ਮੀਨ ਜਿਹੜੀ ਉੱਦਾਂ ਹੀ ਖੁਰਦ-ਬੁਰਦ ਪਈ ਆ, ਔਰ ਉਹਨਾਂ ਨੇ ਸ਼ਰਤਾਂ ਨਹੀਂ ਪੂਰੀਆਂ। ਮੈਂ ਉੱਥੇ ਵੀ ਜਾਊਂਗਾ। ਮੱਤੇਵਾੜੇ ਦੇ ਜੰਗਲ ਨੂੰ ਸਿਰਫ ਇਹ ਕਹਿ ਦੇਣਾ ਕਿ ਅਸੀਂ ਸਕੀਮ ਵਾਪਸ ਲੈ ਲਈ ਆ। ਵੀ ਹੈਵ ਟੂ ਇਨਸ਼ੋਰ ਕਿ ਜਿਹੜਾ ਉੱਥੇ ਸਟੇਟਸ ਸੀ ਉਹ ਬਹਾਲ ਕੀਤਾ ਜਾਵੇ। ਜਿਹੜਾ ਉੱਥੇ ਇੱਕ ਸ਼ੀਪ ਰੇਅਰਿੰਗ ਫਾਰਮ ਸੀਗਾ ਉਹ ਬਹਾਲ ਹੋਣਾ ਚਾਹੀਦਾ। ਜਿਹੜਾ ਪੋਟੇਟੋ ਰਿਸਰਚ ਐਗਰੀਕਲਚਰ ਡਿਪਾਰਟਮੈਂਟ ਦਾ ਸੈਂਟਰ ਸੀ ਉਹ ਬਹਾਲ ਹੋਣਾ ਚਾਹੀਦਾ। ਸੇਖੋਵਾਲ ਪਿੰਡ ਦੀ 417 ਏਕੜ ਜ਼ਮੀਨ, ਜਿੱਥੇ ਉਸ ਪਿੰਡ ਦੇ 100% ਕਿਸਾਨ ਦਲਿਤ ਨੇ, ਗਰੀਬ ਨੇ, ਛੋਟੇ ਨੇ, 2-3 ਕਿੱਲਿਆਂ 1-2 ਕਿੱਲੇ ਵਾਲੇ ਮਾਲਕ ਜਿਹੜੇ ਰੋਜ਼ੀ ਰੋਟੀ ਕਮਾਉਂਦੇ ਸੀਗੇ, ਉਹ ਅਸੀਂ ਇਨਸ਼ੋਰ ਕਰਨਾ ਕਿ ਉਹ ਜਿਹੜੀ ਜ਼ਮੀਨ ਆ ਉਹ ਸੇਖੋਵਾਲ ਪਿੰਡ ਦੀ ਪੰਚਾਇਤ ਨੂੰ ਵਾਪਸ ਐਲੋਕੇਟ ਕੀਤੀ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਸਾਧਨ ਕਰ ਸਕੇ। ਪਲੱਸ ਫੋਰੈਸਟੇਸ਼ਨ ਡਰਾਈਵ ਆਲਸੋ ਔਨ ਦਿਸ ਲੈਂਡ ਜਿਹੜਾ ਉੱਥੇ ਹੈਗੀ ਆ, ਬਿਕੋਜ਼ ਉਹ ਬੜਾ ਸਤਲੁਜ ਔਰ ਮੱਤੇਵਾੜਾ ਦੇ ਜੰਗਲ ਦੇ ਬਿਲਕੁਲ ਦਰਮਿਆਨ ਹੈ। ਤੁਹਾਡੇ 'ਚੋਂ ਸ਼ਾਇਦ ਬਹੁਤ ਸਾਰਿਆਂ ਨੇ ਦੇਖਿਆ ਹੋਊਗਾ, ਬਿਲਕੁਲ ਸੈਂਟਰ 'ਚ ਆ ਦੋਨਾਂ ਚੀਜ਼ਾਂ ਦੇ। ਉਸ ਜਿਹੜਾ ਫੋਰੈਸਟੇਸ਼ਨ ਨੂੰ ਵੀ ਅਸੀਂ ਲੈ ਕੇ ਆ। ਸੋ ਜਿਹੜੇ ਪੱਖ 'ਤੇ ਮਸਲੇ ਹੋਣਗੇ, ਨਾ ਸਿਰਫ ਪੰਜਾਬ ਪਰ ਦੂਸਰੇ ਸੂਬਿਆਂ ਦੇ ਵਿੱਚ ਵੀ ਕਿਤੇ ਲੱਗਿਆ ਕਿ ਇੰਪੋਰਟੈਂਟ ਇਸ਼ੂਜ਼ ਨੇ, ਆਈ ਵਿਲ ਬੀ ਆਲਸੋ ਵਿਜ਼ਿਟਿੰਗ ਦੋ ਸਟੇਟਸ। ਔਰ ਆਉਣ ਵਾਲੇ ਸਮੇਂ 'ਚ ਇਸ ਸੰਗਠਨ ਨੂੰ ਅਸੀਂ ਬਣਾਉਣ ਜਾਵਾਂਗੇ ਸਾਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਵੀ। ਉਹ ਤਾਂ ਆਲਰੇਡੀ ਵਿਧਾਨ ਸਭਾ ਦੇ ਵਿੱਚ ਉਹਨੇ ਮਿਨਿਸਟਰ ਨੇ ਕਮਿਟਮੈਂਟ ਦਿੱਤੀ ਆ। ਮੈਂ ਉੱਥੇ ਖੜੇ ਹੋ ਕੇ ਕਿਹਾ ਸੀਗਾ ਕਿ ਤੁਸੀਂ ਜੇ ਜ਼ਮੀਨਾਂ ਛਡਾਉਣੀਆਂ, ਜਿਹੜੇ ਤਾਕਤਵਰ ਚੰਡੀਗੜ੍ਹ ਦੇ ਨੇੜੇ ਤੇੜੇ ਵੱਡੇ ਬੰਦੇ ਨੇ ਉਹਨਾਂ ਕੋਲ ਛਡਾਓ, ਜਾਂ ਜਿਨ੍ਹਾਂ ਲੋਕਾਂ ਨੇ 500 700 1000 100 50 150 200 ਏਕੜ ਦੱਬੀ ਹੋਈ ਆ, ਤੁਸੀਂ ਪੁੱਠੇ ਪਾਸੇ ਸ਼ੁਰੂ ਹੋ ਗਏ ਆ। ਛਲੇੜੀ ਕਲਾਂ ਪਿੰਡ ਉਹਨਾਂ ਨੇ ਕਬਜ਼ਾ ਵਾਪਸ ਲੈ ਲਿਆ ਵਾ। ਭਮਾ ਕਲਾਂ ਸ਼ਾਇਦ ਇੱਕ ਪਿੰਡ ਹੈਗਾ ਸ਼ਤਰਾਣੇ ਦੇ ਵਿੱਚ, ਮੈਂ ਉਹ ਨਾਮ ਭੁੱਲ ਰਿਹਾ ਵਾਂ। ਐਵੇਂ ਕਿੱਲੇ ਮਗਰ 2-2 ਕਿੱਲੇ ਦੇ ਮਗਰ ਪਏ। ਇੱਕ ਦੇਰ ਇਜ਼ ਅ ਨੋਟੀਫਿਕੇਸ਼ਨ ਆਫ 2021 ਆ ਹੁਣੇ, ਉਹ ਲੈਂਡਲੈਸ ਫਾਰਮਰਸ ਨੂੰ ਜ਼ਮੀਨ ਕਲੈਕਟਰ ਰੇਟ ਦੇ ਉੱਤੇ ਡਿਸਕਾਊਂਟਡ ਰੇਟ 'ਤੇ, ਜੇ ਕਲੈਕਟਰ ਰੇਟ ਫਰਜ਼ ਕਰੋ 8 ਲੱਖ ਰੁਪਈਆ, ਉਹਨਾਂ ਨੂੰ 4 ਲੱਖ ਰੁਪਏ ਏਕੜ ਦੇ ਉੱਤੇ ਰਜਿਸਟਰੀ ਕਰਾਉਣ ਨੂੰ ਸਰਕਾਰ ਨੇ ਆਪਣੀ ਨੀਤੀ ਬਣਾਈ ਹੋਈ ਆ। ਮੈਂ ਕਿਹਾ ਤੁਸੀਂ ਉਹ ਜਿਹੜੇ ਗਰੀਬ ਤਬਕਾ, ਕੋਈ ਰੱਖ ਲਓ ਲਿਮਿਟ, ਕਿੱਲਾ ਰੱਖ ਲਓ, 2 ਕਿੱਲੇ ਰੱਖ ਲਓ, 3 ਕਿੱਲੇ ਰੱਖ ਲਓ, ਉਹਨਾਂ ਨੂੰ ਬਣਾਓ ਮਾਲਕ। ਤੇ ਜਿਹੜੇ ਵੱਡੇ ਆਦਮੀਆਂ ਨੇ, ਪੋਲੀਟੀਸ਼ੀਅਨਸ ਨੇ ਤੇ ਵੱਡੇ ਅਫਸਰਾਂ ਨੇ, ਚੰਡੀਗੜ੍ਹ ਇਕੱਲਾ ਛਡਾ ਕੇ ਦੇਖ ਲੈਣ, ਇੱਥੇ ਬਹੁਤ ਲੱਭ ਜਾਣੇ ਤੁਹਾਨੂੰ ਸਾਰੇ ਜਿੰਨੇ ਇਹਨਾਂ ਦੇ ਅਫਸਰ ਜਿਹੜੇ ਸਰਕਾਰ ਦੇ ਇਸ ਵੇਲੇ ਲੱਗੇ ਨੇ, ਇਹਨਾਂ ਦੇ ਹੁਣ ਸਾਰਿਆਂ ਦੇ ਫਾਰਮ ਹਾਊਸ, ਸਾਰਿਆਂ ਕੋਲ ਜ਼ਮੀਨਾਂ ਨੇ। ਪਹਿਲਾਂ ਇਹਨਾਂ ਨੂੰ ਛਡਵਾਓ। ਇਹ ਪਹਿਲਾਂ ਵੀ ਮੇਰਾ ਸਟੈਂਡ 'ਚ ਵਿਧਾਨ ਸਭਾ 'ਚ ਮਿਨਿਸਟਰ ਨੇ ਕਿਹਾ ਕਿ ਅਸੀਂ ਕਿਸੇ ਵੀ ਛੋਟੇ ਕਿਸਾਨ ਨੂੰ ਨਹੀਂ ਉਜਾੜਾਂਗੇ, ਬਲਕਿ ਅਸੀਂ ਮਾਲਕ ਬਣਾਵਾਂਗੇ। ਵੈਲ ਆਈ ਵੁਡ ਨਾਟ ਲਾਈਕ ਟੂ ਇੰਟਰਫੇਅਰ ਇਨ ਦਿਸ ਮੈਟਰ, ਬਿਕੋਜ਼ ਇੱਕ ਤਾਂ ਅੱਜ ਦਾ ਸਬਜੈਕਟ ਨਹੀਂ ਹੈਗਾ, ਮੇਰੇ ਕੋਲ ਇੰਨੀ ਇਨਫੋਰਮੇਸ਼ਨ ਨਹੀਂ ਗੀ ਕਿ ਕਿਹੜੇ ਵੇਲੇ ਕਿੰਨੀ ਚੀਨ ਨੂੰ ਜ਼ਮੀਨ ਦਿੱਤੀ ਗਈ। ਤੇ ਹੁਣ ਅਫਕੋਰਸ ਸਾਡਾ ਬਾਰਡਰ ਸਟ੍ਰੈਸਡ ਆਊਟ ਏਰੀਆ ਹੈਗਾ ਵਿਦ ਚਾਈਨਾ, ਵੀ ਹੈਵ ਬੀਨ ਹੈਵਿੰਗ ਕਲੈਸ਼ਿਜ਼ ਐਂਡ ਦੇਰ ਇਜ਼ ਅ ਡਿਸਪਿਊਟ। ਆਈ ਐਮ ਨਾਟ ਅਵੇਅਰ ਆਫ ਦੈਟ। ਉਹ ਤਾਂ ਮੈਂ ਜਾ ਕੇ ਆਇਆ। ਆਈ ਹੈਵ ਵਿਜ਼ਿਟਡ ਰਾਜਸਥਾਨ ਫੀਡਰ ਫਰੀਦਕੋਟ ਦੇ, ਜਿੱਥੇ ਦੋਨੋਂ ਨਹਿਰਾਂ ਪੈਰਲਲ ਚੱਲਦੀਆਂ ਨੇ, ਔਰ ਮੈਂ ਅਪੋਜ਼ ਕੀਤਾ ਕਿ ਕੰਕਰੀਟ ਲਾਈਨਿੰਗ ਮਤ ਕਰੋ।
ਜਦੋਂ ਤੁਸੀਂ ਕਨਾਲ ਨੂੰ ਕੰਕਰੀਟ ਲਾਈਨਿੰਗ ਕਰਦੇ ਹੋ ਤੁਸੀਂ ਕੁਦਰਤੀ ਜਿਹੜਾ ਗਰਾਊਂਡ ਵਾਟਰ ਰਿਚਾਰਜ ਹੈਗਾ ਆਪਣੀ ਜ਼ਮੀਨ 'ਚ ਉਹਨੂੰ ਤੁਸੀਂ ਖਤਮ ਕਰ ਰਹੇ ਹੋ ਔਰ ਬਣਿਆ ਬਣਾਇਆ ਪਾਣੀ ਜਿੰਨਾ ਕੁਆਂਟਮ ਹੈ ਜਿਹੜਾ ਕਿ ਆਲਰੇਡੀ ਅਨਫੇਅਰ ਹੈ ਉਹ ਦੂਜੀ ਸਟੇਟ ਨੂੰ ਤੁਸੀਂ ਜਾਣ ਦੇ ਰਹੇ ਹੋ। ਗਰਾਊਂਡ ਕੱਚਾ ਰਹਿਣ ਦਿਓ ਕਨਾਲ ਨੂੰ, ਉਹ ਧਰਤੀ ਥੱਲੇ ਪਾਣੀ ਦਾ ਗਰਾਊਂਡ ਵਾਟਰ ਰਿਚਾਰਜ ਹੋਵੇਗਾ, ਸਾਡਾ ਵਾਟਰ ਟੇਬਲ ਇੰਪਰੂਵ ਹੋਵੇਗਾ। ਉਹਦਾ ਕੰਕਰੀਟ ਲਾਈਨਿੰਗ ਆਲਰੇਡੀ ਚੱਲ ਰਿਹਾ ਕੰਮ। ਮੋਮੀ ਜਾਮਾ ਵਗੈਰਾ ਮੈਨੂੰ ਨਹੀਂ ਪਤਾ, ਕੰਕਰੀਟ ਨੇ ਖਤਮ ਕਰ ਦੇਣਾ। ਫੋਰਗੇਟ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਨਹੀਂ ਜੀ ਨਹੀਂ, ਜਦੋਂ ਤੁਸੀਂ ਕੰਕਰੀਟ ਹੀ ਕਰਤਾ ਸੀਮੈਂਟ ਤਾਂ ਥੱਲੇ ਪਾਣੀ ਸਿਮਣਾ ਹੀ ਨਹੀਂਗਾ। ਇਟ ਇਜ਼ ਨਾਟ ਅਬਾਊਟ ਐਨੀ ਅਦਰ ਫੈਕਟਰ ਬਟ ਇਹ ਕੰਕਰੀਟ ਲਾਈਨਿੰਗ ਹੀ ਗਲਤ ਹੈ ਔਰ ਘੱਟੋ ਘੱਟ ਕਨਾਲ ਬੈੱਡ ਦੇ ਉੱਤੇ ਨਹੀਂ ਹੋਣੀ ਚਾਹੀਦੀ। ਅੱਛੀ ਗੱਲ ਹੈ ਅਗਰ ਗਵਰਨਮੈਂਟ ਡਰੱਗਸ ਨੂੰ ਕੰਟਰੋਲ ਕਰਨ ਦੀ ਐਫਰਟ ਕਰ ਰਹੀ ਹੈਗੀ ਆ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰੰਤੂ ਇਹ ਕਹਿਣਾ ਕਿ ਨਸ਼ੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਤਾ, ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਤਾ, ਵੱਡੇ ਵੱਡੇ ਇਸ਼ਤਿਹਾਰ ਲਾਉਣੇ, ਦੈਟ ਇਜ਼ ਐਬਸੋਲੂਟਲੀ ਫੇਕ, ਝੂਠਾ ਵਾ। ਨਸ਼ੇ ਅੱਜ ਵੀ ਨੇ, ਨਸ਼ੇ ਨਾਲ ਮੌਤਾਂ ਵੀ ਅੱਜ ਵੀ ਹੋ ਰਹੀਆਂ ਨੇ। ਤੁਸੀਂ ਸ਼ਾਇਦ ਨੋਟ ਕੀਤਾ ਹੋਣਾ ਪਰਸੋਂ ਚੌਥ ਇੱਕ 75 ਕਿਲੋ ਹੈਰੋਇਨ ਦਾ ਫੜਿਆ ਗਿਆ ਵਾ ਪੂਰਾ ਮੁੰਦਰਾ ਪੋਰਟ ਗੁਜਰਾਤ ਵਿੱਚ ਔਰ ਡੀਜੀਪੀ ਦੀ ਆਪਣੀ ਸਟੇਟਮੈਂਟ ਹੈ ਕਿ ਇਹ ਡਰੱਗਸ ਪੰਜਾਬ ਨਾਲ ਕਨੈਕਟਡ ਆ। ਮਲੇਰਕੋਟਲੇ ਦੇ ਕੋਈ ਬੰਦੇ ਸੀਗੇ ਉਹਨਾਂ ਨਾਲ, ਪਰ ਬਾਅਦ 'ਚ ਦੱਸਿਆ ਕੁਛ ਨਹੀਂ ਕਿਸੇ ਨੂੰ ਕੌਣ ਹੈ। ਆਫਟਰ ਆਲ 75 ਕਿਲੋ ਹੈਰੋਇਨ ਕੋਈ ਛੋਟੀ ਮਾਤਰਾ ਨਹੀਂ ਗੀ। ਪੰਜਾਬ ਵਾਂਟਸ ਟੂ ਨੋ ਕਿ ਇਹ ਮਲੇਰਕੋਟਲੇ ਦੇ ਆਦਮੀ ਕੌਣ ਸੀਗੇ ਔਰ ਇਹ ਡਰੱਗਸ ਦਾ ਡੈਸਟੀਨੇਸ਼ਨ ਕੀ ਸੀਗੀ ਔਰ ਕਿਹਨਾਂ ਕਿੱਥੇ। ਜੇ 75 ਕਿਲੋ ਹੈਰੋਇਨ ਜਿਹੜੀ ਆ ਉਹ ਕੋਈ ਛੋਟੀ ਮਕਦਾਰ ਨਹੀਂ ਗੀ। ਇਹ ਆਪਣੇ ਆਪ 'ਚ ਦਰਸਾਉਂਦੀ ਹੈ ਕਿ ਡਰੱਗਸ ਜਿਹੜੇ ਪੰਜਾਬ ਦੇ ਜਿਹੜਾ ਡਰੱਗ ਮਾਫੀਆ ਉਹ ਦੇ ਆਰ ਵੈਰੀ ਐਕਟਿਵ ਈਵਨ ਨਾਓ। ਅੱਜ ਵੀ ਫੜੀ ਤੁਸੀਂ ਦੱਸਿਆ ਜੀ, ਹਾਂ 148 ਕਿਲੋ। ਸੋ ਮਤਲਬ ਵੈਰੀ ਡਿਫਿਕਲਟ ਟੂ ਕਲੇਮ ਕਿ ਡਰੱਗ, ਆਈ ਅੰਡਰਸਟੈਂਡ ਡਰੱਗ ਮਸਲਾ ਜਿਹੜਾ ਇੰਨਾ ਸੁਖਾਲਾ ਨਹੀਂਗਾ, ਪਰ ਝੂਠੇ ਕਲੇਮ ਕਰਕੇ ਅਖਬਾਰਾਂ 'ਚ ਇਸ਼ਤਿਹਾਰ ਲਵਾਉਣੇ। ਪਹਿਲੀ ਵਾਰੀ ਦੇਖਿਆ ਬਜਟ ਦੀਆਂ ਪ੍ਰਪੋਜ਼ਲ ਸਾਰੇ ਪੰਜਾਬ ਦੇ ਵਿੱਚ ਬੋਰਡ ਲਾਏ ਹੋਏ ਨੇ ਯਾਰ। ਕਦੀ ਲਾਉਂਦਾ ਕੋਈ ਬਜਟ ਪ੍ਰਪੋਜ਼ਲ ਦੇ ਬੋਰਡ ਵੀ ਲਾਉਂਦਾ ਕੋਈ ਪੰਜਾਬ ਦੇ ਵਿੱਚ ਜਾ ਕੇ? ਸਾਰੇ ਦੇਸ਼ ਦੀਆਂ ਅਖਬਾਰਾਂ ਵਿੱਚ ਉਹ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਬੀਇੰਗ ਪੈਨੀ ਵਾਈਜ਼ ਐਂਡ ਪਾਊਂਡ ਫੁਲਿਸ਼। ਕਹਿੰਦੇ ਜੀ ਅਸੀਂ 19 ਕਰੋੜ 53 ਲੱਖ ਰੁਪਈਆ ਪੈਨਸ਼ਨਾਂ ਬੰਦ ਕੀਤੀਆਂ ਐਮਐਲਏ ਦੀਆਂ, ਅਸੀਂ ਸਵਾਗਤ ਕਰਦੇ ਹਾਂ ਉਹਦਾ। ਤੁਸੀਂ 50 ਕਰੋੜ ਦਾ 3 ਮਹੀਨਿਆਂ 'ਚ ਪਬਲਿਸਿਟੀ ਦੇ ਉੱਤੇ ਫੂਕ ਦਿੱਤਾ ਵਾ। 500 ਕਰੋੜ ਰੁਪਈਆ ਅਨਾਜ ਜਿਹੜਾ ਆਟਾ ਦੇਣਾ ਫ੍ਰੀ, ਜਿਹਨੇ ਮੰਗਿਆ ਹੀ ਕਿਸੇ ਨੇ ਨਹੀਂਗਾ। ਕਿਸੇ ਇੱਕ ਬੰਦੇ ਦਾ ਮੈਨੂੰ ਨਾਮ ਲੈ ਦਿਓ ਜਿਹਨੇ ਕਿਹਾ ਸਾਨੂੰ ਫ੍ਰੀ ਆਟਾ ਚਾਹੀਦਾ। ਕਣਕ ਜਾਂਦੀ ਸੀ ਕਿ ਕਣਕ ਸਟੋਰ ਹੋ ਜਾਂਦੀ, ਲੋੜੀਂਦਾ ਆਟਾ ਪੀਸ ਕੇ ਆਪਣੇ ਘਰਾਂ 'ਚ ਲੈ ਜਾਂਦੇ ਨੇ। ਕਿਸੇ ਸ਼ਰਾਰਤੀ ਦਿੱਲੀ ਦੇ ਬਾਬੂ ਨੇ ਇਹਨਾਂ ਨੂੰ ਸਮਝਾਇਆ ਕਿ ਪੈਸੇ ਕਿੱਥੋਂ ਕਮਾਉਣੇ ਨੇ। 500 ਕਰੋੜ ਰੁਪਈਆ ਬਜਟ ਵਿੱਚ ਅਨਵਾਂਟਡ ਜੌਬਸ ਮੰਗ ਰਹੇ ਨੇ ਬੱਚੇ, ਉਹ ਨਹੀਂ ਦਿੱਤੇ। ਕਿਸਾਨ ਗੰਨੇ ਦਾ ਬਕਾਇਆ ਮੰਗ ਰਹੇ ਨੇ, ਉਹ ਨਹੀਂ ਦਿੱਤਾ। ਆ ਜਿਹੜਾ ਮੂੰਗੀ ਦੇ ਮਾਲਕ ਨੇ ਉਹ ਆਪਣਾ MSP ਮੰਗ ਰਹੇ ਨੇ, ਉਹ ਨਹੀਂ ਦਿੱਤੀ। ਆਟਾ ਦੇਣ ਜਾ ਰਹੇ ਨੇ 500 ਕਰੋੜ ਰੁਪਈਆ। ਆਏ ਬੋਲੇ ਨਹੀਂ ਮੁੜ ਕੇ ਕਦੀ ਮੈਂ ਇਹ 100 ਕਰੋੜ ਰੁਪਈਆ ਖਾਣਾ ਕਿਸੇ ਨੇ। ਜਿਸ ਨੇ ਵੀ ਇਹ ਟੈਂਡਰਸ ਫਲੋਟ ਕਰਾਏ ਨੇ, 100 करोड़ रुपया पंजाब का है नहीं है। हाँ वो अभी उसको फॉलो हाँ 100% सपोर्ट करेंगे, क्योंकि अभी मेरा ख्याल में कि एक कमेटी का गठन होना था बिटवीन द गवर्नमेंट ऑफ इंडिया एंड द फार्मर्स एजिटेशन के जो SKM के नॉमिनीज़ थे, तो वो होना चाहिए। और MSP गारंटीड प्राइस के ऊपर मिलनी चाहिए, अकेली गेहूँ और चावल पर नहीं मिलनी चाहिए, लेकिन दूसरी फसलों के ऊपर मिलनी चाहिए। और पंजाब में ख़ास तौर के ऊपर जो डाइवर्सिफिकेशन इज़ मच नीडेड। जो इन्होंने मूंग की दाल का किया था, दैट जब हमने बजट में देखा तो सिर्फ 66 करोड़ की एलोकेशन है। अगर आप 66 करोड़ को मूंग की डिवाइड करेंगे रकबे के साथ, सिर्फ 18,000 एकड़ ज़मीन का बंदोबस्त है उसकी आउटपुट का, उसकी यील्ड का, MSP पर खरीदने का। ओनली 18,000 एकड़ एंड 18,000 एकड़ इज लैंड इन मालवा ऑफ 2-3 विलेजेस अलोन। बाकी सारी स्टेट्स कहते मूंगी बीजो, सारी खरीदनी कितों? तुम पैसा नहीं रखा बजट दे विच। सो काफ़ी लंबा हो गया हुण। देखो डेट ट्रैप पाया किन्हां ने आ? पीपल हू हैव लूटेड द स्टेट। आ जिहड़े अफसर बैठे ने चंडीगढ़ विच 50-50 बंदे बैठे ने लैके मुलाजम, ये लोग डेट ट्रैप वाले ने कि जिहड़ा लाख रुपए दे करके 2 लाख रुपए के करके करजे की मार विच पैंदा। इंडिया इज़ अ सोशल वैलफेयर स्टेट, जिथे गरीब तबके नूं ते आम जनता दे वास्ते पैसा खर्चना उत्थे खर्चना चाहिए, भावें उहदे च घाटा पैंदा होवे। ਜਦੋਂ ਆਪਾਂ ਲਗਜ਼ਰੀ ਕਰਦੇ ਹਾਂ, ਜਦੋਂ ਆਪਾਂ ਜਹਾਜ਼ ਉਡਾਉਂਦੇ ਹਾਂ ਗੁਰਬਤ ਦੀ ਹਾਲਾਤ 'ਚ, ਤੇ ਆਪਾਂ 50-50 ਕਰੋੜ ਰੁਪਈਆ 3 ਮਹੀਨਿਆਂ 'ਚ ਅਖਬਾਰਾਂ 'ਤੇ ਖਰਚਦੇ ਹਾਂ, ਦੈਟ ਇਜ਼ ਕੰਡੈਮਨੇਬਲ। ਨਹੀਂ, ਮੈਂ ਆਮ ਨੋਟ ਸੇਇੰਗ ਦੈਟ, ਮੈਂ ਤੁਹਾਨੂੰ ਕਾਊਂਟਰ ਨਹੀਂ ਕਰ ਰਿਹਾ। ਮੈਂ ਕਹਿੰਦਾ ਕਿ ਉਹਨਾਂ ਦੇ ਗਰੀਬਾਂ ਵਾਸਤੇ ਕੋਈ ਨਾ ਕੋਈ ਪਾਲਿਸੀ ਅੱਛੀ ਬਣਨੀ ਚਾਹੀਦੀ ਹੈ।
ਈਵਨ ਇਫ ਇਟ ਕੋਸਟ ਦ ਸਟੇਟ ਗਵਰਨਮੈਂਟ ਸਮਥਿੰਗ। ਮੈਂ ਤਾਂ ਸਪੋਰਟਰ ਰਿਹਾ ਜੀ ਜਿਨ੍ਹਾਂ ਨੇ ਆਪਣੀਆਂ ਕੈਦਾਂ ਪੂਰੀਆਂ ਕਰਤੀਆਂ ਨੇ, ਇਰਰਿਸਪੈਕਟਿਵ ਆਫ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਨੇ, ਮੁਸਲਮਾਨ, ਹਿੰਦੂ, ਈਸਾਈ, ਸਿੱਖ, ਜਿਨ੍ਹਾਂ ਨੇ ਆਪਣੀਆਂ ਕੈਦਾਂ ਪੂਰੀਆਂ ਕਰਨੀਆਂ, ਵਾਈ ਦੇ ਆਰ ਨਾਟ ਬੀਇੰਗ ਰਿਲੀਜ਼ਡ। ਮੈਂ ਬੰਦੀ ਸਿੱਖਾਂ ਦੀ ਰਿਹਾਈ ਦਾ 100% ਸਪੋਰਟਰ ਹਾਂ। ਤੁਸੀਂ ਜੋ ਮਰਜ਼ੀ ਪੁੱਛ ਲਓ, ਮੈਨੂੰ ਤੁਸੀਂ ਫਸਾ ਨਹੀਂ ਸਕਣਾ, ਜੋ ਮਰਜ਼ੀ ਪੁੱਛ ਲਓ, ਮੈਂ ਇਹਦੇ ਵਿੱਚ ਵੀ ਨਹੀਂ ਪੈਣਾ। ਮੈਂ ਆਪਣਾ ਪੱਖ ਦੱਸ ਰਿਹਾ ਵਾਂ, ਕੋਈ ਕੌਣ ਕੀ ਕਹਿੰਦਾ ਤੁਸੀਂ ਉਹਨਾਂ ਨੂੰ ਪੁੱਛੋ। ਮੈਂ ਸਮਝਦਾ ਵਾਂ ਕਿ ਪੰਜਾਬ ਦੀ ਜਿਹੜੀ ਡੈਟ ਫੈਕਟਰ ਹੈਗਾ ਉਹ ਬੜਾ ਕ੍ਰਿਟੀਕਲ ਆ ਔਰ ਇਹਨੂੰ ਬਚਾਉਣਾ ਚਾਹੀਦਾ। ਪਰ ਅਫਸੋਸ ਨਾਲ ਕਿ ਸਰਕਾਰਾਂ ਬਣਨ ਤੋਂ ਪਹਿਲਾਂ ਆਪਣੇ ਲੀਡਰਸ ਹੋਰ ਕੁਝ ਕਹਿੰਦੇ ਨੇ, ਪਰ ਆ ਮੌਜੂਦਾ ਸਰਕਾਰ ਦੀ ਗੱਲ ਕਰ ਲਓ, 9000 ਕਰੋੜ ਤਾਂ ਆਪਾਂ ਹੁਣੇ ਚੱਕ ਲਿਆ ਵਾ। ਇੱਕ ਲਾਸਟ ਬਿੱਲ ਪਾਸ ਕੀਤਾ ਸੀਗਾ ਫਿਸਕਲ ਮੈਨੇਜਮੈਂਟ ਰਿਸਪੌਂਸਿਬਿਲਿਟੀ ਐਕਟ, ਉਹਦੇ 'ਚ ਅਮੈਂਡਮੈਂਟ ਕੀਤੀ ਆ, ਕਰਜ਼ਾ ਹੋਰ ਚੁੱਕਣ ਵਾਸਤੇ ਇਜਾਜ਼ਤ ਮੰਗੀ ਵਿਧਾਨ ਸਭਾ ਤੋਂ। ਪਹਿਲਾਂ 3.5% ਸੀਗੀ GSDP ਦੀ ਲਿਮਿਟ ਸੀਗੀ ਕਿ ਇਹ ਤੋਂ ਜ਼ਿਆਦਾ ਕਰਜ਼ਾ ਨਹੀਂ ਚੱਕ ਸਕਦੀ ਸਟੇਟ। ਨਾਓ ਦੇ ਸੇ ਪਲੀਜ਼ ਇਨਕਰੀਜ਼ ਇਟ ਟੂ 4% ਤਾਂ ਕਿ ਅਸੀਂ ਕਰਜ਼ਾ ਹੋਰ ਚੱਕ ਸਕੀਏ। ਸੋ ਡੈਟ ਬਹੁਤ ਵੱਡਾ ਫੈਕਟਰ ਹੈ। ਪਹਿਲਾਂ ਫਿਰ ਉਹੀ ਗੱਲ ਦੁਬਾਰਾ ਆਉਂਦੀ ਹੈ ਕਿ ਖਰਚੇ ਘਟਾਉਣ ਦਾ ਨਾ ਉਹ ਇਹ ਨਹੀਂ ਹੁੰਦਾ ਕਿ ਸਿਰਫ ਸੰਕੇਤਕ ਘਟਾਇਆ ਕਿ MLA ਦੀ ਪੈਨਸ਼ਨ ਕੱਟਤੀ। ਹੁਣ ਸਾਡੇ ਕੋਈ ਮੇਰੇ ਖਿਆਲ ਜਿਹੜੀਆਂ ਵਿਧਾਨ ਸਭਾ ਦੀ ਕਮੇਟੀਜ਼ ਆ ਉਹਦਾ ਵੀ ਕੋਈ ਇਹਨਾਂ ਨੇ ਘਟਾਇਆ ਪੱਤਾ, ਆਲ ਰਾਈਟ ਹੈ, ਕੋਈ ਗੱਲ ਨਹੀਂ ਗੀ। ਪਰ ਜਿਹੜੇ ਏਡੇ ਆਪ ਖਰਚ ਕਰਦੇ ਨੇ ਵੱਡੇ ਵੱਡੇ, ਮੈਨੂੰ ਬਹੁਤ ਸਾਰੇ ਆਫਿਸਰਸ ਜਾਣਦਾ। ਤੁਸੀਂ ਇੱਕ ਦਿਨ ਨਾ ਕੈਮਰੇ ਲੈ ਕੇ ਖੜੇ ਹੋਵੋ ਸੈਕਟਰੀਏਟ ਤੇ ਆ 9 ਸੈਕਟਰ ਦਾ ਸਿਵਲ ਸੈਕਟਰੀਏਟ ਪੁਲਿਸ ਦਾ, ਇੱਕ ਅਫਸਰ 2 ਜਿਪਸੀਆਂ ਲੈ ਕੇ ਆਉਂਦੇ ਨੇ, ਇੱਥੋਂ ਨਿਕਲਦੇ ਨੇ 2 ਕਿਲੋਮੀਟਰ ਪਰਲੇ ਪਾਸਿਓਂ, ਅੱਗੇ ਪਿੱਛੇ ਗੱਡੀਆਂ, ਜਾਣਾ ਕਿੱਥੇ? ਜਿਹੜੀ ਸਭ ਤੋਂ ਵੱਡੀ ਸਿਕਿਉਰ ਬਿਲਡਿੰਗ ਹੈ ਜਿਹਦੇ ਤੇ ਪਤਾ ਨਹੀਂ ਲੱਗੇ ਹੋਏ ਨੇ ਉਹ ਵਾਟਐਵਰ ਕੀ ਲਾਉਂਦੇ ਹੁੰਦੇ ਉਹਨਾਂ ਨੂੰ ਜੀ, ਬੌਂਬ ਦੇ ਐਂਟੀ ਵਾਲੇ, ਉਹ ਵੀ ਲੱਗੇ ਹੋਏ ਨੇ। ਫਿਰ ਵੀ 2 ਜਿਪਸੀਆਂ ਚਾਹੀਦੀਆਂ ਨੇ। ਦੂਜਿਆਂ ਨੂੰ ਨਸੀਹਤ ਦਿੰਦੇ ਨੇ ਕਿ ਤੁਹਾਨੂੰ ਸਿਕਿਉਰਿਟੀ ਕਾਹਦੇ ਲਈ ਚਾਹੀਦੀ ਹੈ, ਤੇ ਸੂਦੇ ਸਾਡਾ ਸਿਕਿਉਰਿਟੀ ਕਰਕੇ ਸਿੱਧੂ ਮੂਸੇਵਾਲਾ ਮਰਵਾ ਦਿੱਤਾ ਵਾ, ਮੂਰਖਤਾਈ ਕਰਕੇ। ਸੋ ਜਦੋਂ ਤੁਸੀਂ ਕੋਈ ਖਰਚਾ ਘਟਾਉਣਾ ਵਾ, ਇਟ ਹੈਜ਼ ਟੂ ਬੀ ਪੈਨ ਸਟੇਟ ਐਂਡ ਦੀ ਚੈਰਿਟੀ ਸ਼ੁੱਡ ਬਿਗਿਨ ਫਰਮ ਹੋਮ। ਇਹ ਥੋੜ੍ਹਾ ਵੀ ਪਹਿਲਾਂ ਚੰਨੀ ਨੂੰ ਕਹਿੰਦੇ ਸੀ ਬੜਾ ਹੈਲੀਕਾਪਟਰ ਉਡਾਉਂਦਾ ਤੇ ਆਪਾਂ ਵੱਧ ਉਡਾਈ ਜਾਂਦੇ ਹਾਂ। ਪਹਿਲਾਂ ਮਾਨ ਸਾਹਿਬ ਆਪਣੇ ਖਰਚੇ ਘਟਾਉਣ, ਜਿਹੜੇ ਪਤਾ ਨਹੀਂ ਕਿੰਨੀ ਸਿਕਿਉਰਿਟੀ ਲੈ ਕੇ ਫਿਰਦੇ ਨੇ। ਪਹਿਲਾਂ ਕਹਿੰਦੇ ਕੋਠੇ ਵਾਲੀਆਂ ਗੱਡੀਆਂ ਜੀ, ਉਹਨਾਂ ਗੱਡੀਆਂ 'ਚ ਬੜੇ ਸੋਹਣੇ ਝੂਟਦੇ ਨੇ। ਸਾਡਾ 100 ਬੰਦਾ ਕੇਜਰੀਵਾਲ ਨੂੰ ਭੇਜਤਾ ਪੰਜਾਬ ਦਾ, ਵਾਟ ਫॉर? ਇਹਨਾਂ ਦੀ ਭੈਣ ਲਈ ਫਿਰਦੀ ਸਿਕਿਉਰਿਟੀ, ਵਾਟ ਫॉर? ਇਹਨਾਂ ਦੇ ਪਰਿਵਾਰ ਦੇ ਮੈਂਬਰਸ ਦਰਬਾਰ ਸਾਹਿਬ ਜਾਂਦੇ ਨੇ, ਪਤਾ ਨਹੀਂ ਕਿੰਨੀ ਸਿਕਿਉਰਿਟੀ। ਮੂਸੇਵਾਲੇ ਦੇ ਪਿੰਡ ਕੇ ਖਰੇ 2000 ਬੰਦਾ ਲਾਇਆ ਸੀਗਾ, ਵਾਟ ਫॉर? ਜਿਹੜੇ ਕਹਿੰਦੇ ਸੀ ਮੁਰਗੀ ਖਾਨੇ ਖੋਲ੍ਹੋ, ਜੇ ਤੁਹਾਨੂੰ ਡਰ ਲੱਗਦਾ ਤੇ ਖੋਲ੍ਹੋ ਹੁਣ ਮੁਰਗੇ ਖਾਨੇ, ਤੁਸੀਂ ਵੀ, ਤੁਹਾਡੇ ਵਾਸਤੇ ਵੀ ਉਹੀ ਅਪਲਾਈ ਕਰਦਾ ਸੀ। ਚਲੋ ਜਾ ਲੈਣ ਦਿਓ, ਚਾਹੇ ਮੈਂ ਨਾ ਹਰੀ ਨਾ। ਮੇਰਾ ਖਿਆਲ ਹੈ ਕਿ ਦੇਖੋ ਇਹ ਸਭ 'ਤੇ ਲਾਗੂ ਆ ਨਾ। ਪਿੱਛੇ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਸੀਗਾ ਕਿ ਕੋਈ ਵੀ ਆਪਣੇ ਘਰੇਲੂ ਫੰਕਸ਼ਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪੈਲਸਾਂ ਵਿੱਚ ਤੇ ਘਰਾਂ 'ਚ ਨਹੀਂ ਲੈ ਕੇ ਆਏਗਾ। ਸੋ ਚੀਫ ਮਿਨਿਸਟਰ ਇਜ਼ ਸਪੋਜ਼ ਟੂ ਲੀਡ ਬਾਈ ਐਗਜ਼ਾਮਪਲ। ਜੇ ਚੀਫ ਮਿਨਿਸਟਰ ਹੀ ਆਪਣੀ ਉਸ ਗੱਲ ਦੀ ਅਵੱਗਿਆ ਕਰੂਗਾ ਤਾਂ ਫਿਰ ਥੱਲੇ ਪਿੰਡਾਂ ਦੇ ਵਿੱਚ ਤਾਂ ਲੋਕੀ ਆਪਣੇ ਆਪਣੇ ਘਰ ਵਿੱਚ ਲੈ ਕੇ ਆਉਣਗੇ, ਜਿਹੜੀ ਕਿ ਅਵੱਗਿਆ ਹੋਵੇਗੀ। ਬਾਕੀ ਇਹ ਧਾਰਮਿਕ ਮਸਲਾ ਵਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਬਿਹਤਰ ਜਾਣਦੇ ਨੇ ਕੀ ਐਕਸ਼ਨ ਲੈਣਾ। ਲੇਕਿਨ ਇਹ ਹੈਗਾ ਕਿ ਜਿਹੜੀ ਗੱਲ ਉਹਨਾਂ ਨੇ ਕੋਈ ਦਿੱਤਾ ਹੋਇਆ ਵਾ ਫਰਮਾਨ, ਉਹਨੂੰ ਸਭ ਨੂੰ ਫੋਲੋ ਕਰਨਾ ਚਾਹੀਦਾ। ਸੱਚ ਬੋਲਾਂ ਕਿ ਉੱਦਾਂ ਹੀ ਬੋਲਦਾ? ਸੋਲਿਊਸ਼ਨ ਕਰਜ਼ੇ ਨੂੰ ਘਟਾਉਣ ਦਾ ਜਿਹੜਾ ਬਹੁਤ ਮੁਫਤਖੋਰੀ ਕਰ ਰਹੇ ਆ, ਕਿਸੇ ਦਿਨ ਕਿਸੇ ਨੂੰ ਇਹਦੇ 'ਤੇ ਠੱਲ ਪਾਉਣੀ ਪਵੇਗੀ। ਜਾਇਜ਼ ਗੱਲਾਂ ਦਿਓ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸੋਸ਼ਲ ਵੈਲਫੇਅਰ ਸਕੀਮਸ ਆ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਇਸ ਤਰ੍ਹਾਂ ਦੀਆਂ ਕੋਈ ਮਸਲੇ, ਜਿਹੜੀਆਂ ਗੱਲਾਂ ਆਪਾਂ ਸਿਰਫ ਵੋਟ ਲੈਣ ਵਾਸਤੇ ਲੋਕਾਂ ਨੂੰ ਮੁਫਤਖੋਰੀ ਦੇ ਰਹੇ ਹਾਂ ਔਰ ਵੋਟਰ ਮੰਗਦਾ ਵੀ ਨਹੀਂਗਾ। ਮੈਨੂੰ ਨਹੀਂ ਪਤਾ ਕਿ ਕਿਸੇ ਔਰਤ ਨੇ ਕਿਹਾ ਹੋਣਾ ਕੇਜਰੀਵਾਲ ਨੂੰ ਕਿ ਮੈਨੂੰ 1000 ਰੁਪਇਆ ਚਾਹੀਦਾ ਮਹੀਨੇ ਦਾ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਕਿਹਾ ਕਿ ਆਟਾ ਘਰਾਂ ਦੇ ਵਿੱਚ ਮੁਫਤ ਚਾਹੀਦਾ ਵਾ। ਸਿਮਿਲਰਲੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਇਸ ਤਰ੍ਹਾਂ ਦੀ ਕੋਈ, ਇਹ ਸਿਰਫ ਲੀਡਰ ਹੀ ਇੰਨੇ ਕਮਜ਼ੋਰ ਹੋ ਗਏ ਨੇ ਸਾਡੇ ਸਿਸਟਮ ਦੇ ਵਿੱਚ ਕਿ ਉਹਨਾਂ ਨੂੰ ਆਪਣੇ ਆਪ 'ਤੇ ਕੌਨਫੀਡੈਂਸ ਨਹੀਂਗਾ। ਫਿਰ ਉਹ ਸਟੇਟ ਦੀ ਐਕਸਚੇਕਰ ਨੂੰ ਉਹਦੀਆਂ ਧੱਜੀਆਂ ਉਡਾਉਣ ਦਾ ਸਹਾਰਾ ਲੈ ਕੇ ਵੋਟਾਂ ਲੈਂਦੇ ਨੇ ਤੇ ਫਿਰ ਬਾਅਦ ਵਿੱਚ ਪੂਰੇ ਵੀ ਨਹੀਂ ਕਰ ਸਕਦੇ। ਕਿਉਂਕਿ ਮੈਨੂੰ ਨਹੀਂ ਲੱਗਦਾ ਕਿ 1000 ਰੁਪਇਆ ਕਿਸ ਔਰਤਾਂ ਨੂੰ ਦਿੱਤਾ ਜਾਵੇਗਾ। ਅਗਰ ਦੇਣਗੇ ਵੀ ਉਹਦੇ 'ਚ ਫਿਰ 50 ਸ਼ਰਤਾਂ ਰੱਖਣਗੇ ਕਿ ਇਹਨੂੰ ਪੈਨਸ਼ਨ ਨਹੀਂ ਆਉਣੀ ਚਾਹੀਦੀ, ਇਹਦੀ ਉਮਰ ਇਹ ਤੋਂ ਜ਼ਿਆਦਾ ਨਹੀਂ ਚਾਹੀਦੀ, ਇਹਦੇ ਘਰ AC ਨਹੀਂ ਲੱਗਾ ਹੋਣਾ ਚਾਹੀਦਾ, ਇਹਦੇ ਘਰ ਗੱਡੀ ਨਹੀਂ ਖੜੀ ਹੋਣੀ ਚਾਹੀਦੀ। ਪਰ ਜਦੋਂ ਵੋਟਾਂ ਮੰਗਣੀਆਂ ਸੀ, ਸਭ को 1000 रुपया देंगे, 18 साल के ऊपर हर लड़की को, मेरी बहन को, मेरी माँ को दे नहीं होना। सो किसी दिन अगर तुसी स्टेट ਨੂੰ ਇਕਨੋਮੀ ਨੂੰ ਰੀਰੇਲ ਕਰਨਾ, ਜਦੋਂ ਉਹਨੂੰ ਕਿਸੇ ਲੀਹ 'ਤੇ ਲੈ ਕੇ ਆਉਣਾ, ਤਾਂ ਇਹ ਜਿਹੜਾ ਮੁਫਤਖੋਰੀ ਦੀ ਪੋਲਿਟਿਕਸ ਹੈਗੀ ਆ, ਇਟ ਵਿਲ ਹੈਵ ਟੂ ਸਟਾਪ। ਨਜ਼ਰ ਹੀ ਆ ਰਿਹਾ ਜੀ ਤੁਹਾਡੇ ਸਾਹਮਣੇ ਹੀ ਆ ਕਿ ਕਿੱਦਾਂ ਹੈਗਾ। ਮਤਲਬ ਇੰਨੇ ਕਰਜ਼ੇ ਨਾਲ, ਮੇਰਾ ਖਿਆਲ ਹੈ ਅਗਰ ਮੈਂ ਗਲਤ ਨਾ ਹੋਵਾਂ, ਜਿਸ ਦਿਨ ਸੈਸ਼ਨ ਚੱਲ ਰਿਹਾ ਸੀਗਾ, ਟੀਚਰਸ ਦੇ ਮੈਸੇਜ ਆ ਰਹੇ ਸੀ ਕਿ 3 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਗਈ ਉਹਨਾਂ ਨੂੰ।
3 ਮਹੀਨਿਆਂ ਦੀ ਮੁਲਾਜ਼ਮਾਂ ਨੂੰ ਸਜ਼ਾ ਵੋਟਰਸ ਦੇ ਹੀ ਜਾਂਦੇ ਨੇ ਟਾਈਮ ਟੂ ਟਾਈਮ ਜੀ। ਅਸੀਂ ਸਮਝ ਨਹੀਂ ਰਹੇ। ਚਲੋ ਕੋਈ ਨਹੀਂ, ਆਪਾਂ ਥੋੜਾ ਤੁਸੀਂ ਮੈਨੂੰ ਆਈਡੀਆ ਪੁੱਛਿਆ, ਮੈਂ ਆਈਡੀਆ ਦਿੱਤਾ। ਇਟਸ ਨਾਟ ਦੈਟ ਕਿ ਕੱਲ ਸ਼ੁਰੂ ਹੋ ਜਾਣਾ, ਬਟ ਆਈਡੀਆ ਇਹੀ ਹੈ ਕਿ ਕਿਸੇ ਦਿਨ ਪੰਜਾਬ ਨੂੰ ਅਗਰ ਤੁਸੀਂ ਵਾਪਸ ਲੀਹ ਤੇ ਲੈ ਕੇ ਆਉਣਾ ਤੇ ਸਾਨੂੰ ਆ ਮੁਫਤਖੋਰੀ ਦੀ ਰਾਜਨੀਤੀ ਤੋਂ ਬਚਣਾ ਪਵੇਗਾ। ਸਾਰਿਆਂ ਦਾ ਧੰਨਵਾਦ ਜੀ, ਬਹੁਤ ਬਹੁਤ।